ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਚੰਦ ਦਿਨ 'ਚ ਤੁਸੀਂ ਦੇਖਿਆ ਹੋਣਾ ਕਿ ਪਾਕਿਸਤਾਨ ਦੇ ਕੁਝ ਇਲਾਕਿਆਂ ਦੇ ਵਿੱਚ ਕੁਦਰਤੀ ਆਫ਼ਾਤ ਦੇ ਸਾਨੂੰ ਖਬਰਾਂ ਮਿਲਦੀਆਂ ਨੇ। ਮੁਲਤਾਨ ਤੋਂ ਖਬਰ ਆਈ ਕਿ ਉੱਥੇ ਅਸਮਾਨੀ ਬਿਜਲੀ ਡਿੱਗੀ, ਫਿਰ ਰਈਆ ਖਾਂ 'ਚ ਡਿੱਗੀ, ਇਰਦ ਗਿਰਦ ਦੇ ਹੋਰ ਇਲਾਕਿਆਂ ਦੇ ਵਿੱਚ ਵੀ। ਔਰ ਹੁਣ ਤੱਕ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਸੈਲਾਬ ਔਰ ਬਿਜਲੀ ਡਿੱਗਣ ਦੇ ਵਾਕਿਆਤ ਦੇ ਵਿੱਚ ਮਜਮੂਈ ਤੌਰ ਤੇ 50 ਬੰਦੇ ਮਰ ਚੁੱਕੇ ਨੇ। ਇਹ ਵਾਕਿਆ ਸਾਰੇ ਪਿਛਲੇ ਇੱਕ ਹਫ਼ਤੇ ਦੇ ਵਿੱਚ ਹੋਏ ਨੇ। ਔਰ ਜਿਵੇਂ ਗਰਮੀ ਵੱਧ ਰਹੀ ਹੈ, ਸਾਨੂੰ ਇਹ ਲੱਗਣ ਡਿਆ ਹੈ ਕਿ ਬਾਰਿਸ਼ਾਂ ਵੀ ਵਧਣਗੀਆਂ ਔਰ ਇਹਦੇ ਨਾਲ ਸੈਲਾਬ ਵੀ ਆਉਣ ਦਾ ਖਦਸ਼ਾ ਹੈ। ਪਾਕਿਸਤਾਨ ਦੇ ਵਿੱਚ ਹੁਣ ਪਿਛਲੇ ਕੁਝ 10 ਸਾਲਾਂ ਤੋਂ ਇਹ ਗੱਲ ਨਾ ਇਹ ਕੋਈ ਨਵੀਂ ਨਹੀਂ ਰਹਿ ਗਈ। ਅਸੀਂ 2010 ਤੋਂ ਇੱਕ ਪੈਟਰਨ ਵੇਖਣ ਡਏ ਹਾਂ ਕਿ 2010 ਤੋਂ 15 ਤੱਕ ਹਰ ਸਾਲ ਸੈਲਾਬ ਆਏ ਔਰ ਉਹਨਾਂ ਸੈਲਾਬਾਂ ਦੀ ਵਜ੍ਹਾ ਨਾਲ ਲੋਕ ਵੱਡੀ ਤਾਦਾਦ 'ਚ ਬੇਘਰ ਹੋਏ, ਉਹਨਾਂ ਦੀਆਂ ਆਬਾਦੀਆਂ ਰੁੜ ਗਈਆਂ, ਦਰਿਆਬੁਰਦ ਹੋਈਆਂ ਔਰ ਉਹਨਾਂ ਲੋਕਾਂ ਦੇ ਵਾਸਤੇ ਖੁਰਾਕ ਦਾ ਇੰਤਜ਼ਾਮ ਕਰਨਾ ਮੁਸ਼ਕਿਲ ਹੋ ਗਿਆ, ਮਵੇਸ਼ੀਆਂ ਦਾ ਨੂੰ ਚਾਰੇ ਦਾ ਇੰਤਜ਼ਾਮ ਕਰਨਾ ਮੁਸ਼ਕਿਲ ਹੋ ਗਿਆ ਔਰ ਬਿਮਾਰੀਆਂ ਤਰ੍ਹਾਂ ਤਰ੍ਹਾਂ ਦੀਆਂ ਪੁੱਟੀਆਂ। ਅਸੀਂ 2022 ਦੇ ਵਿੱਚ ਵੇਖਿਆ ਕਿ ਸੈਲਾਬ ਆਇਆ ਤੇ ਉਦੋਂ ਸਾਡੀ ਗਵਰਨਮੈਂਟ ਨੇ ਪੂਰੀ ਦੁਨੀਆ ਨੂੰ ਅਪੀਲ ਕੀਤੀ ਕਿ ਜਨਾਬ ਸਾਡੇ ਕੋਈ 30 ਅਰਬ ਡਾਲਰ ਦਾ ਨੁਕਸਾਨ ਹੋ ਗਿਆ ਵੇ ਸੈਲਾਬ ਦੀ ਵਜ੍ਹਾ ਨਾਲ। ਤੇ ਅਸੈਸਮੈਂਟ ਵੀ ਹੋਈ ਹੈ, ਕੌਮੀ ਮੁਤਹਦਾ ਦੇ ਇੱਥੇ ਸੈਕਟਰੀ ਜਨਰਲ ਐਂਟੋਨੀਓ ਗੁਤਰਸ ਵੀ ਆਏ। ਹੋਰ ਵੀ ਦੁਨੀਆ ਦੇ ਸਫੀਰ ਜਿਹੜੇ ਸਨ ਮੁਖਤਲਿਫ ਮੁਲਕਾਂ ਦੇ, ਉਹਨਾਂ ਨੇ ਵੀ ਦੌਰਾ ਕੀਤਾ ਸੈਲਾਬੀ ਇਲਾਕਿਆਂ ਦਾ ਔਰ ਸਾਰਿਆਂ ਨੇ ਕਿਹਾ ਕਿ ਪਾਕਿਸਤਾਨ ਵੱਡੀ ਤਾਦਾਦ ਦੇ ਵਿੱਚ ਪਾਕਿਸਤਾਨ ਦੇ ਇਲਾਕੇ ਜਿਹੜੇ ਨੇ ਇਹ ਸੈਲਾਬ ਤੋਂ ਮੁਤਾਸਰ ਹੋਏ ਨੇ। ਅੱਛਾ, ਹੋਣਾ ਤਾਂ ਇਹ ਚਾਹੀਦਾ ਸੀ ਕਿ ਉਸ ਐਮਰਜੈਂਸੀ ਜਿਹੜੀ ਅਸੀਂ ਅਪੀਲ ਕੀਤੀ ਸੀ ਉਹਦੇ ਜਵਾਬ ਵਿੱਚ ਕੋਈ ਸਾਨੂੰ ਹੈਲਪ ਮਿਲਦੀ, ਲੇਕਿਨ ਦੁਨੀਆ ਮਦਦ ਕਰਨ ਨੂੰ ਸਾਡੀ ਜ਼ਰੂਰ ਤਿਆਰ ਹੈ। ਪਰ ਉਹ ਕਹਿੰਦੇ ਕੋਈ ਪ੍ਰੋਜੈਕਟ ਬਣਾ ਕੇ ਦਿਓ ਨਾ ਸਾਨੂੰ। ਤੁਸੀਂ ਸਾਨੂੰ ਕਹਿੰਦੇ ਜੇ ਕਿ ਨਕਦ ਦੇ ਦਿਓ ਔਰ ਨਕਦ ਫਿਰ ਅਸੀਂ ਆਪਣੀ ਮਰਜ਼ੀ ਨਾਲ ਲਾਵਾਂਗੇ ਉਸ ਪ੍ਰੋਜੈਕਟ ਦੇ ਉੱਤੇ। ਜਿਵੇਂ ਕਿ ਸਿੰਧ ਦੇ ਵਿੱਚ ਹੋਇਆ ਕਿ ਪੀਪਲਸ ਪਾਰਟੀ ਦੀ ਗਵਰਨਮੈਂਟ ਨੇ ਕਿਹਾ ਕਿ ਜਨਾਬ ਤੁਸੀਂ ਸਾਨੂੰ ਪੈਸੇ ਦਿਓ, ਅਸੀਂ ਘਰ ਬਣਾ ਕੇ ਦੇਵਾਂਗੇ। ਔਰ ਮੈਂ ਪਿਛਲੇ ਦਿਨਾਂ 'ਚ ਇੱਕ ਤਕਰੀਰ ਸੁਣਨ ਡਿਆ ਸਾਂ ਜਨਾਬ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਦੀ। ਉਹਨਾਂ ਕਿਹਾ ਕਿ ਹਾਲੇ ਤੱਕ ਅਸੀਂ ਘਰ ਨਹੀਂ ਬਣਾ ਕੇ ਦਿੱਤੇ। ਤੇ ਜਿਹੜੀਆਂ ਸਾਡੇ ਰਿਪੋਰਟਰ ਦੀਆਂ ਖਬਰਾਂ ਨੇ ਉਹ ਵੀ ਇਹ ਕਹਿੰਦੇ ਨੇ ਕਿ ਜਨਾਬ ਹਾਲੇ ਤੱਕ ਤਾਂ ਚੰਦ 100 ਘਰ ਵੀ ਨਹੀਂ ਬਣੇ, ਤੁਸੀਂ ਹਜ਼ਾਰਾਂ ਘਰ ਕਿੱਥੇ ਬਣਾਉਣੇ। ਇਸ ਤਰ੍ਹਾਂ ਬਣ ਵੀ ਨਹੀਂ ਸਕਦੇ, ਸਿੱਧੀ ਗੱਲ ਹੈ। ਰਿਆਸਤ ਵਾਸਤੇ ਮੁਸ਼ਕਲ ਹੁੰਦਾ ਹੈ, ਹਕੂਮਤ ਵਾਸਤੇ ਆਪਣੇ ਦੂਜੇ ਕੰਮਾਂ ਨੂੰ ਛੱਡ ਕੇ ਤੇ ਉਸ ਕੰਮ ਦੇ ਵਿੱਚ ਪੈਣਾ। ਲੇਕਿਨ ਇਹਦੇ ਵਿੱਚ ਕਸੂਰ ਸਾਡੀ ਹਕੂਮਤਾਂ ਦਾ ਇਸ ਹੱਦ ਤੱਕ ਜ਼ਰੂਰ ਹੈ ਕਿ ਉਹ ਅਗਰ ਆਲਮੀ ਅਦਾਰਿਆਂ ਨੂੰ ਇੱਕ ਪ੍ਰੋਜੈਕਟ ਬਣਾ ਕੇ ਦੇਣ, ਉਹਨਾਂ ਨੂੰ ਦੱਸਣ ਕਿ ਜਨਾਬ ਸਾਡੇ ਖੈਬਰ ਪਖਤੂਨਖਵਾ ਦੇ ਵਿੱਚ ਜਿਹੜੇ ਇਲਾਕੇ ਨੇ ਉੱਥੇ ਸੈਲਾਬ ਗਲੇਸ਼ੀਅਰ ਪਿਘਲ ਰਹੇ ਨੇ ਔਰ ਉਹ ਗਲੇਸ਼ੀਅਰ ਪਿਘਲ ਕੇ ਉਹਦੇ ਕਿਨਾਰੇ ਤੇ ਰਾਵਾਂ ਦੇ ਉੱਤੇ ਜਿਹੜੀ ਬਸਤੀਆਂ ਨੇ ਉਹਨਾਂ ਨੂੰ ਡੋਬਣ ਡਏ ਨੇ। ਤੇ ਉਹ ਉਹਦੇ ਵਾਸਤੇ ਕੋਈ ਪ੍ਰੋਜੈਕਟ ਬਣਾਇਆ ਜਾਵੇ, ਕੰਸਲਟ ਕੀਤਾ ਜਾਵੇ ਮਾਹਿਰੀਨ ਨੂੰ ਕਿ ਉਹਨਾਂ ਬਸਤੀਆਂ ਨੂੰ ਕਿਵੇਂ ਬਚਾਇਆ ਜਾਵੇ ਉਸ ਪਾਣੀ ਤੋਂ। ਫਿਰ ਉਹ ਜਿਹੜਾ ਪਾਣੀ ਆ ਰਿਹਾ ਵੇ ਜ਼ਾਇਦ, ਉਹਨੂੰ ਕਿਵੇਂ ਅਸੀਂ ਮਹਿਫੂਜ਼ ਕਰੀਏ। ਇੱਕ ਤਾਂ ਸ਼ਕਲ ਡੈਮਾਂ ਦੀ ਹੈਗੀ ਨਾ, ਤੇ ਡੈਮਾਂ ਤੋਂ ਇਲਾਵਾ ਝੀਲ ਵੀ ਬਣ ਸਕਦੀ ਹੈ। ਅਤਾਬਾਦ ਝੀਲ ਮੈਨੂੰ ਯਾਦ ਹੈ ਕੁਝ ਅਰਸਾ ਪਹਿਲਾਂ ਹੀ ਬਣੀ ਹੈ ਕਿ ਉਹ ਇੱਕ ਪਿੰਡ ਸੀ ਅਤਾਬਾਦ ਔਰ ਉੱਥੋਂ ਫਿਰ ਇੱਕ ਜਿਹੜਾ ਦਰਿਆਈ ਰਾਸਤਾ ਸੀ ਉਹਦਾ ਸਾਫ਼ ਹੋਇਆ ਉਹ ਪਾਣੀ, ਉਹ ਆਬਾਦੀ ਵੱਲ ਟੁਰ ਪਿਆ। ਉਹ ਪਿਆਲੇ ਦੀ ਸ਼ਕਲ ਦੇ ਆਬਾਦੀ ਸੀ, ਇਰਦ ਗਿਰਦ ਪਹਾੜ ਸਨ ਤੇ ਉਹ ਅਤਾਬਾਦ ਝੀਲ ਬਣ ਗਈ। ਅਸੀਂ ਫਿਰ ਚੀਨ ਦੀ ਮਦਦ ਨਾਲ ਉਹਨੂੰ ਇੱਕ ਬਕਾਇਦਾ ਝੀਲ ਦਾ ਬਣਾ ਦਿੱਤਾ ਉਹਨੂੰ ਮਨਸੂਬਾ। ਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਲੇਕਿਨ ਸਾਡੀਆਂ ਹਕੂਮਤਾਂ ਪਤਾ ਨਹੀਂ ਇਹ ਜਾਣ ਕੇ ਸੈਲਾਬ ਆਉਣ ਦਿੰਦੀਆਂ ਨੇ, ਬਾਰਿਸ਼ਾਂ ਦੇ ਅੱਗੇ ਕੁਝ ਮਨਸੂਬਾਬੰਦੀ ਨਹੀਂ ਕਰਦੀਆਂ, ਫਸਲਾਂ ਰੁੜਨ ਦਿੰਦੀਆਂ ਨੇ, ਮਵੇਸ਼ੀ ਰੁੜਨ ਦਿੰਦੀਆਂ ਨੇ। ਹੁਣ ਤਾਂ ਇਹੀ ਕਹਿਣ ਤੋਂ ਦਿਲ ਕਰਦਾ ਹੈ ਨਾ, ਜਦੋਂ ਹਰ ਸਾਲ ਅਸੀਂ ਵੇਖਦੇ ਹਾਂ ਕਿ ਸ਼ੋਰ ਵੀ ਮਚਦਾ ਵੇ, ਨੁਕਸਾਨਾਂ ਦੇ ਉੱਤੇ ਅਸੀਂ ਮਰਸੀਆ ਖਾਨੀ ਵੀ ਕਰਨੇ ਆ, ਤੇ ਉਹਦਾ ਨਤੀਜਾ ਕੀ ਨਿਕਲਦਾ ਹੈ? ਨਤੀਜਾ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਦੁਨੀਆ ਨੂੰ ਕਹੀਏ ਕਿ ਜਨਾਬ ਤੁਸੀਂ ਸਾਨੂੰ ਇਹ ਵਾਲੇ ਪ੍ਰੋਜੈਕਟ ਬਣਾ ਕੇ ਦਿਓ ਮਾਹੌਲੀਆਤੀ। ਸਾਨੂੰ ਮਾਹੌਲੀਆਤੀ ਆਫਾਤ ਤੋਂ ਬਚਣ ਵਾਸਤੇ ਜਿਹੜੀ ਟੈਕਨੋਲੋਜੀ ਦੀ ਜ਼ਰੂਰਤ ਹੈ ਉਹ ਵਾਲੀ ਇਹ ਟੈਕਨੋਲੋਜੀ ਦਿਓ। ਸਾਨੂੰ ਇਸ ਤਰ੍ਹਾਂ ਦੇ ਕੋਈ ਮਨਸੂਬੇ ਦਿਓ ਕਿ ਇਹ ਜਿਹੜੇ ਲੋਕ ਬੇਘਰ ਹੁੰਦੇ ਨੇ ਬੇਘਰ ਨਾ ਹੋਣ, ਇਹਨਾਂ ਦਾ ਘਰ ਮਹਿਫੂਜ਼ ਰਹਿਣ। ਮਵੇਸ਼ੀ ਅਗਰ ਕਿਸੇ ਇਲਾਕੇ ਦੇ ਵਿੱਚ ਮਾਰੇ ਜਾਂਦੇ ਨੇ ਤੇ ਮਵੇਸ਼ੀਆਂ ਦੇ ਬਚਾਓ ਵਾਸਤੇ ਕੋਈ ਉੱਥੇ ਪ੍ਰਬੰਧ ਹੋਣਾ ਚਾਹੀਦਾ। ਕੋਈ ਐਸਾ ਇਲਾਕਾ ਬਣਾ ਦਿੱਤਾ ਜਾਣਾ ਚਾਹੀਦਾ ਕਿ ਜਿੱਥੇ ਸੈਲਾਬ ਤੋਂ ਪਹਿਲੇ ਲੋਕ ਆਪਣੇ ਮਵੇਸ਼ੀ ਮਹਿਫੂਜ਼ ਜਗ੍ਹਾ ਤੇ ਰੱਖਦੇ ਨੇ ਔਰ ਉਹਨਾਂ ਨੂੰ ਉੱਥੇ ਖੁਰਾਕ ਵਗੈਰਾ ਦਾ ਚਾਰੇ ਦਾ ਇੰਤਜ਼ਾਮ ਹੋਵੇ। ਜਦੋਂ ਹਰ ਸਾਲ ਇੱਕ ਪ੍ਰੈਕਟਿਸ ਬਣ ਗਈ ਤੇ ਅਸੀਂ ਉਹਨੂੰ ਰੋਕ ਨਹੀਂ ਰਹੇ, ਤੇ ਫਿਰ ਕਮ ਸੇ ਕਮ ਇਹ ਵਾਲਾ ਕੰਮ ਤਾਂ ਕਰੀਏ ਨਾ। ਫਿਰ ਉਸ ਤੋਂ ਵੱਡੀ ਗੱਲ ਕਿ ਸੈਲਾਬ ਦੇ ਇਲਾਕਿਆਂ ਦੇ ਵਿੱਚ ਔਰ ਉਹ ਇਲਾਕੇ ਜਿੱਥੋਂ ਸੈਲਾਬੀ ਪਾਣੀ ਆਉਂਦਾ ਹੈ ਉੱਥੇ ਸ਼ਜਰਕਾਰੀ ਵੱਡੀ ਮਿਕਦਾਰ ਤਾਦਾਦ ਦੇ ਵਿੱਚ ਹੋਣੀ ਚਾਹੀਦੀ। ਲੱਖਾਂ ਦਰਖਤ ਲਗਾਏ ਜਾਣੇ ਚਾਹੀਦੇ। ਅਸੀਂ ਪਤਾ ਨਹੀਂ ਸ਼ਜਰਕਾਰੀ ਕਿੱਥੇ ਕਰ ਦਿੰਦੇ ਆ। ਸਾਡੀਆਂ ਪਿਛਲੀਆਂ ਹਕੂਮਤਾਂ ਨੇ ਵੀ ਉਹ ਕੰਮ ਕੀਤਾ। ਕਿਸੇ ਨੇ ਕਿਹਾ ਅਸੀਂ 1 ਅਰਬ ਦਰਖਤ ਲਗਾ ਦਿਆਂਗੇ, ਕਿਸੇ ਨੇ ਕਿਹਾ 10 ਅਰਬ ਲਗਾ ਦਿਆਂਗੇ। ਇਹ ਹੋਣ ਵਾਲੀ ਵੀ ਹਕੂਮਤ ਕੁਝ ਕਰਨ ਡਈ। ਤੇ ਸਾਡੇ ਵਰਗੇ ਜਿਹੜੇ ਬੰਦੇ ਨੇ ਇਨਫਰਾਦੀ ਸਤ੍ਹਾ ਦੇ ਉੱਤੇ ਤਾਂ ਅਸੀਂ ਕਰਦੇ ਹੀ ਪਏ ਹਾਂ ਕੰਮ ਸ਼ਜਰਕਾਰੀ ਦਾ। ਮੈਂ ਜ਼ਾਤੀ ਹੈਸੀਅਤ ਨਾਲ ਵੀ ਹਰ ਸਾਲ ਸ਼ਜਰਕਾਰੀ ਕਰਨਾ ਵਾ,
ਚਲੋ ਹਜ਼ਾਰਾਂ ਲੱਖਾਂ ਨਾ ਸੀ, ਸੈਂਕੜਾ ਦਰਖਤ ਹਰ ਸਾਲ ਲਗਵਾਈਦੇ ਨੇ, ਤੇ ਹਜ਼ਾਰਾਂ ਵੀ ਲਗਵਾਏ ਨੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ। ਲੇਕਿਨ ਇੱਕ ਬੰਦਾ ਜਿਹੜਾ ਹੈ, ਉਹ ਕਿੰਨਾ ਕੁ ਕੰਮ ਕਰ ਲਏਗਾ? ਜਦੋਂ ਹੁਕੂਮਤੀ ਵਸਾਇਲ ਜਿਹੜੇ ਨੇ ਉਹ ਜਿਨ੍ਹਾਂ ਕੋਲ ਹੈਗੇ ਨੇ ਉਹ ਕੰਮ ਕਰਨਗੇ ਤਾਂ ਉਹਦਾ ਅਸਰ ਵੱਡਾ ਹੋਏਗਾ। ਉਹਨਾਂ ਕੋਲ ਮਸ਼ੀਨਰੀ, ਉਹਨਾਂ ਨੂੰ ਲਾਏ ਗਏ ਦਰਖਤਾਂ ਦੀ ਦੇਖਭਾਲ ਦਾ ਇੰਤਜ਼ਾਮ ਹੀ ਉਹਨਾਂ ਕੋਲ। ਤੇ ਮੇਰੇ ਦੋਸਤੋ, ਇਹ ਜਿਹੜੀ ਸਾਨੂੰ ਕੁਦਰਤੀ ਆਫਤ ਦਾ ਨਿਸ਼ਾਨਾ ਅਸੀਂ ਬਣਨ ਡਏ ਆ ਨਾ, ਇਹਦੇ ਵਿੱਚ ਸਾਡੇ ਇਨਫਰਾਦੀ ਤਾਂ ਹੈਗੇ ਹੀ ਹੈ ਜੋ ਕੁਝ ਸਾਡੀਆਂ ਗਲਤੀਆਂ ਨੇ, ਲੇਕਿਨ ਸਾਡੀਆਂ ਇਜਤਮਾਹੀ ਸੋਚ ਔਰ ਜਿਹੜੀ ਹਕੂਮਤਾਂ ਦੀ ਲਾਪਰਵਾਹੀ ਹੈ, ਇਹਦਾ ਵੱਡਾ ਅਮਲ ਦਖਲ ਹੈ। ਇਹ ਇੱਕ ਦੋਸਤ ਨੇ, ਉਹ ਮੈਨੂੰ ਦੱਸਣ ਡਏ ਸੀ ਕਿ ਇੱਕ ਪੈਟਰਨ ਜਿਹੜਾ ਤਬਦੀਲ ਹੋਇਆ ਮਾਹੌਲੀਆਤ ਦਾ। ਉਹ ਦੱਸਣ ਡਏ ਸੀ ਕਿ ਉੱਥੇ ਦੁਬਈ ਦੇ ਵਿੱਚ ਬਹੁਤ ਸ਼ਦੀਦ ਬਾਰਿਸ਼ਾਂ ਹੋਈਆਂ ਨੇ। ਦੁਬਈ ਤੋਂ ਬਾਅਦ ਓਮਾਨ ਦੇ ਵਿੱਚ ਹੋਈਆਂ ਨੇ, ਸ਼ਾਰਜਾ ਦੇ ਵਿੱਚ ਹੋਈਆਂ ਨੇ। ਤੇ ਤਾਹਿਰ ਅਲੀ ਬੰਦੇਸ਼ਾ ਸਾਹਿਬ ਕਹਿਣ ਡਏ ਸੀ ਕਿ ਇਹ ਵਾਲੀਆਂ ਜਿਹੜੀਆਂ ਬਾਰਿਸ਼ਾਂ ਨੇ ਆਮ ਤੌਰ ਤੇ ਉੱਥੇ ਦਸੰਬਰ ਦੇ ਵਿੱਚ ਹੁੰਦੀਆਂ ਸੀ ਜਾਂ ਜੁਲਾਈ ਦੇ ਵਿੱਚ, ਤੇ ਇਹ ਹੁਣ ਪਿਛਲੇ ਕੋਈ 2 ਸਾਲਾਂ ਦਾ ਪੈਟਰਨ ਇਹ ਬਣਨ ਡਿਆ ਕਿ ਅਪ੍ਰੈਲ ਦੇ ਵਿੱਚ ਸ਼ੁਰੂ ਹੋ ਗਈਆਂ ਨੇ। ਯਾਨੀ ਮਾਹੌਲੀਆਤ ਦੇ ਉੱਥੇ ਵੀ ਅਸਰ ਪਏ ਨੇ। ਤੇ ਸਾਡੇ ਖਿੱਤੇ ਦੇ ਉੱਤੇ ਇਹ ਅਸਰ ਪਿਆ ਕਿ ਜਦੋਂ ਸਾਡੀਆਂ ਕਣਕਾਂ ਪੱਕ ਗਈਆਂ ਨੇ, ਪਿਛਲੇ ਸਾਲ ਵੀ ਹੋਇਆ ਔਰ ਤਕਰੀਬਨ ਹਰ ਸਾਲ ਹੀ ਇੰਝ ਹੁੰਦਾ ਕਿ ਕਣਕਾਂ ਪੱਕ ਜਾਂਦੀਆਂ ਨੇ, ਉਧਰੋਂ ਕਿਸਾਨ ਦੀ ਮਿਹਨਤ ਜਿਹੜੀ ਉਹ ਬਿਲਕੁਲ ਤਿਆਰ ਹੁੰਦੀ, ਤੇ ਜਨਾਬ ਸੈਲਾਬ ਆ ਜਾਂਦੇ ਨੇ, ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ ਨੇ। ਇਹ ਹੁਣ ਵੀ ਕਣਕਾਂ ਪੱਕੀਆਂ ਖਲੋਤੀਆਂ ਨੇ। ਸਿੰਧ ਦੇ ਕੁਝ ਕਾਫੀ ਸਾਰੇ ਇਲਾਕਿਆਂ 'ਚੋਂ ਵਾਢੀ ਹੋ ਗਈ, ਲੇਕਿਨ ਪੰਜਾਬ ਦੇ ਵਿੱਚ ਤਾਂ ਹਾਲੇ ਮੁਕੰਮਲ ਵਾਢੀ ਨਹੀਂ ਹੋਈ। ਕੁਝ ਇਲਾਕਿਆਂ 'ਚ ਕੱਟੀਆਂ ਗਈਆਂ। ਲਾਹੌਰ, ਕਸੂਰ, ਇਰਦ ਗਿਰਦ ਦੇ ਜਿਹੜੇ ਸਾਡੇ ਇਲਾਕੇ ਨੇ, ਉੱਥੇ ਤਾਂ ਹਾਲੇ ਖਲੋਤੀਆਂ ਨੇ ਕਣਕਾਂ, ਤੇ ਸੁਨਹਿਰੀ ਉਹ ਜ਼ਰੂਰ ਹੋ ਗਈਆਂ, ਲੇਕਿਨ ਹਾਲੇ ਉਹਦੇ ਵਿੱਚ ਉਹ ਅਕੜਾਓ ਔਰ ਉਹ ਪੱਕਣ ਜਿਹੜਾ ਹੈਗਾ ਉਹ ਨਹੀਂ ਨਜ਼ਰ ਆ ਰਿਹਾ ਤੁਹਾਨੂੰ। ਜਦੋਂ ਖਣਕਦੀ ਗੰਦਮ, ਉਹ ਖਣਕਾਓ ਹਾਲੇ ਨਜ਼ਰ ਨਹੀਂ ਆ ਰਹੇ। ਤੇ ਇਹ ਹਲੇ ਚੰਦ ਲੱਗਣਗੇ, ਤੇ ਉਹ ਚੰਦ ਦਿਨਾਂ ਦੇ ਵਿੱਚ ਅਗਰ ਮਜ਼ੀਦ ਬਾਰਿਸ਼ਾਂ ਹੋ ਜਾਂਦੀਆਂ ਨੇ, ਜਿਵੇਂ ਕਿ ਮਹਿਕਮਾ ਮੌਸਮੀਆਤ ਪੇਸ਼ਨ ਗੋਈ ਕਰਨ ਡਿਆ, ਤੇ ਹਿਸਾਬ ਲਾਓ ਸਾਡੇ ਕਿਸਾਨਾਂ ਦੀ ਮਿਹਨਤ ਕਿੱਥੇ ਜਾਏਗੀ। ਤੇ ਕਿਸਾਨ ਤਾਂ ਅੱਗੇ ਹੀ ਤਲੇ ਤੁਲੇ ਹੋਏ ਨੇ, ਉਹਨਾਂ ਵਿਚਾਰਿਆਂ ਦਾ ਬੁਰਾ ਹਾਲ ਹੈ। ਤੇ ਹਕੂਮਤ ਨੇ ਉਹਨਾਂ ਦੀਆਂ ਜਿਹੜੀ ਗੰਦਮ ਦੀ ਕੀਮਤ ਹੈ ਉਹ ਇੰਨੀ ਘੱਟ ਕਰ ਦਿੱਤੀ ਹੈ ਕਿ ਪਹਿਲੇ ਹੀ ਕਾਸਟ ਆਫ ਪ੍ਰੋਡਕਸ਼ਨ ਉਹਨਾਂ ਦੀ ਪੂਰੀ ਨਹੀਂ ਹੋਣ ਡਈ। ਤੇ ਇਹ ਵਾਲੀ ਜਿਹੜੀ ਸੂਰਤ ਹਾਲ ਹੈ, ਜ਼ਰਾਤ ਦੇ ਹਵਾਲੇ ਨਾਲ ਸਾਡੇ ਰਹਿਣ ਸਹਿਣ ਔਰ ਸਾਡੀ ਜਿਹੜੀ ਕੌਮੀ ਮਨਸੂਬਾਬੰਦੀ ਹੈ, ਤਰੱਕਿਆਤੀ ਅਮਲ ਹੈ, ਸਾਡੀ ਮਈਸ਼ਤ ਦੀ ਬਹਾਲੀ, ਇਹ ਸਾਰਿਆਂ ਦੇ ਉੱਤੇ ਇਫੈਕਟ ਹੋ ਰਹੀ। ਯਾਨੀ ਇਫੈਕਟ ਕੀ ਹੋ ਰਿਹਾ ਵੇ? ਜਿਹੜੇ ਮਾਹੌਲੀਆਤੀ ਤਗੱਯਰ, ਮਾਹੌਲੀਆਤੀ ਬਦਲਾਅ ਹੈ ਜਿਹੜਾ, ਉਹ ਸਾਡੀ ਹਰ ਚੀਜ਼ ਨੂੰ ਤਬਾਹ ਕਰ ਰਿਹਾ ਹੈ। ਔਰ ਅਸੀਂ ਕਿੰਨੇ ਕੁ ਜ਼ਿੰਮੇਦਾਰ ਹਾਂ? ਅਸੀਂ ਇੰਨੇ ਕੁ ਜ਼ਿੰਮੇਦਾਰ ਹਾਂ ਕਿ ਅਸੀਂ ਆਰਾਮ ਨਾਲ ਜਨਾਬ ਬੈਠੇ ਹੋਏ ਹਾਂ, ਇੰਤਜ਼ਾਰ ਕਰਨੇ ਆ ਹਰ ਸਾਲ ਕਿ ਪਹਿਲੇ ਮਿਹਨਤ ਕਰੀ ਦੀ ਹੈ, ਚੀਜ਼ਾਂ ਨੂੰ ਤਿਆਰ ਕਰੀ ਦੀ ਆ, ਫਸਲਾਂ ਜਿਹੜੀਆਂ ਤਿਆਰ ਹੋ ਜਾਂਦੀਆਂ ਨੇ, ਸਾਡੇ ਮਵੇਸ਼ੀ ਬਿਲਕੁਲ ਪਲਪ ਜਾਂਦੇ ਨੇ, ਅਸੀਂ ਮਕਾਨ ਨਵੇਂ ਸਿਰੇ ਤੋਂ ਉਸਾਰ ਦਿੰਦੇ ਹਾਂ, ਤੇ ਇੰਤਜ਼ਾਰ ਕਰਨੇ ਕਿ ਜਨਾਬ ਹੁਣ ਬਾਰਿਸ਼ਾਂ ਹੋਣਗੀਆਂ ਜਾਂ ਸੈਲਾਬ ਆਏਗਾ, ਤੇ ਫਿਰ ਇੱਕ ਵਾਰ ਸਾਰਾ ਕੁਝ ਡਿੱਗ ਪਏਗਾ। ਇਹ ਤਰੀਕਾ ਮੇਰਾ ਨਹੀਂ ਖਿਆਲ ਕਿ ਕੌਮਾਂ ਦੇ ਉੱਤੇ ਉੱਠਣ ਖਲੋਣ ਵਾਲਾ ਹੈਗਾ ਵੇ। ਇਹ ਸਾਨੂੰ ਅੰਦਾਜ਼ਾ ਕਰਨਾ ਚਾਹੀਦਾ ਕਿ ਹਾਲੇ ਆਗਾਜ਼ ਨਹੀਂ ਹੋਇਆ ਮੂਨਸੂਨ ਦਾ, ਤੇ 50 ਬੰਦੇ ਮਰ ਗਏ ਨੇ ਪਾਕਿਸਤਾਨ ਦੇ ਵਿੱਚ। ਤੇ ਜਦੋਂ ਮੂਨਸੂਨ ਦਾ ਸੀਜ਼ਨ ਆਏਗਾ ਤੇ ਫਿਰ ਕੀ ਹਾਲਤ ਹੋਏਗੀ, ਮੈਂ ਤਾਂ ਯਕੀਨ ਮੰਨੋ ਹੁਣੇ ਤੋਂ ਸੁਣ ਕੇ ਜਾਂ ਇਹ ਚੀਜ਼ ਨੂੰ ਸੋਚ ਕੇ ਹੀ ਮੇਰੇ ਇੱਕ ਫਿਕਰਮੰਦੀ ਵਧਣ ਡਈ, ਖਾਸ ਤੌਰ ਤੇ ਇਸ ਲਿਹਾਜ਼ ਨਾਲ ਵੱਧ ਜਾਂਦੀ ਕਿ ਹਕੂਮਤ ਬਾਅਦ ਦੇ ਵਿੱਚ ਕੰਮ ਤਾਂ ਕੁਝ ਨਹੀਂ ਕਰ ਸਕੀ। ਉਹ ਸਿਰਫ ਇਹਨਾਂ ਗਰੀਬ ਲੋਕਾਂ ਦੇ ਜਿਹੜੀਆਂ ਮੁਸੀਬਤਾਂ ਨੇ ਇਹਦੀਆਂ ਤਸਵੀਰਾਂ ਖਿੱਚ ਕੇ ਬਾਹਰ ਘੱਲੇਗੀ, ਤੇ ਇੱਕ ਵਾਰ ਫਿਰ ਦੁਨੀਆ ਨੂੰ ਕਹੇ ਕਿ ਜਨਾਬ ਸਾਨੂੰ ਕੁਝ ਦਿਓ, ਸਾਡੇ ਲੋਕ ਰੁੜਦੇ ਪਏ। ਕੁਝ ਨਹੀਂ ਕਹਿ ਸਕਦੇ ਜਨਾਬ।